ਸਾਹਿਬ ਜੀ। ਡਿਠੇ ਸਭੇ ਥਾਵਾਂ ਨਹੀਂ ਤੁਧ ਜਿਹਾ, ਬਦੋਂ ਪੁਰਖ ਵਿਦਾਤਾ ਤਾਂ ਤੂੰ ਸੋਹਿਆ। ਬੰਦੋਂ ਪੁਰਖ ਵਿਦਾਤਾ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਹਰ ਨਾਨਕ ਕਸਮਲ ਜਾਹੇ, ਨਾਇ ਰਾਮਦਾਸ ਸਰ। ਧੰਨ ਵਾਹਿਗੁਰੂ ਸਾਹਿਬ ਜੀ। ਏ ਸਾਚਾ ਸੋਹਿਲਾ ਸਾਚਾ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚਾ। ਜਿੱਥੈ ਸਦਾ ਸਚ ਧਿਆਵੈ, ਸਚੋ ਧਿਆਵੈ ਜਾਂ ਤੁਧ ਪਾਵੈ। ਗੁਰਮੁਖ ਜਿਨਾ ਬੁਝਾਵੈ, ਇਹ ਸੱਚ ਸਭਨਾ ਕਾ ਖਸਮ ਹੈ। ਜਿਸ ਬਖਸ਼ੇ ਸੋ ਜਨ ਪਾਵੈ, ਕਹਿ ਨਾਨਕ ਸੱਚ ਸੋਹਿਲਾ। ਸੱਚੈ ਘਰ ਗਾਵਹਿ, ਕਹਿ ਨਾਨਕ ਸੱਚ ਸੋਹਿਲਾ। ਸੱਚੈ ਘਰ ਗਾਵਹਿ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਲਤ ਪਲਤ ਸਵਾਰ ਦਿਨਹਾਰ ਸਤਿਗੁਰੂ ਸਮੁੱਚੀ ਕਾਇਨਾਤ ਨੂੰ ਸਾਂਝਾ ਉਪਦੇਸ਼ ਦੇਣ ਵਾਲੇ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਐਸੇ ਦੀਨ ਦਿਆਲ ਪਾਤਸ਼ਾਹ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਔਰ ਆਪੋ ਆਪਣੇ ਘਰਾਂ ਦੇ ਵਿੱਚ ਪਾਵਨ ਗੁਰਬਾਣੀ ਦੇ ਨਾਲ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ, ਦਾਤਾ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਸਦਕਾ ਮੂਲਕ ਘੜੀਆਂ ਪ੍ਰਾਪਤ ਹੋਈਆਂ ਨੇ। ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜੀ। ਆਓ ਰਲ ਮਿਲ ਕੇ ਜਿੰਨਾ ਕੋ ਸਮਾਂ ਹੈ ਨਿਰੰਕਾਰ ਦੀ ਸਿਫਤ ਸਲਾਹ ਦੇ ਵਿੱਚ ਜੁੜ ਜਾਈਏ। ਪਾਵਨ ਗੁਰਬਾਣੀ ਨੂੰ ਵਿਚਾਰਦਿਆਂ ਹੋਇਆਂ ਆਪਾਂ ਆਪਣੇ ਜੀਵਨ ਨੂੰ, ਆਪਣੇ ਜੀਵਨ ਦੇ ਤੌਰ ਤਰੀਕੇ ਨੂੰ, ਆਪਣੇ ਚਾਲ ਚੱਲਣ ਨੂੰ ਗੁਰੂ ਅਨੁਸਾਰੀ ਕਰਨ ਦਾ ਯਤਨ ਕਰੀਏ। ਤੇ ਹਰ ਰੋਜ਼ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਆਨੰਦ ਬਾਣੀ ਦੀ ਆਪਾਂ ਜੋ ਵਿਚਾਰ ਸਮਝਣ ਦਾ ਯਤਨ ਕਰ ਰਹੇ ਹਾਂ। ਅੱਜ ਦੀ ਜੋ 39 ਨੰਬਰ ਪੌੜੀ ਹੈ ਉਸ ਦੀ ਵਿਚਾਰ ਨੂੰ ਆਪਾਂ ਨੇ ਰਲ ਮਿਲ ਕੇ ਵਿਚਾਰਨ ਦਾ ਯਤਨ ਕਰਨਾ ਹੈ। ਗੁਰਮਤਿ ਦੇ ਦਾਇਰੇ ਦੇ ਅੰਦਰ ਰਹਿੰਦਿਆਂ ਵਿਚਾਰਨਾ ਹੈ। ਸਤਿਗੁਰੂ ਜੀ ਜਿਤਨੀ ਕੁ ਸਮੱਤ ਬਖਸ਼ਦੇ ਨੇ, ਆਓ ਆਪਾਂ ਰਲ ਮਿਲ ਕੇ ਆਪਸ ਵਿੱਚ ਇਸ ਪਾਵਨ ਗੁਰਬਾਣੀ ਵਿਚਾਰ ਦਾ ਜੋ ਸੁਨੇਹਾ ਹੈ ਆਪਾਂ ਰਲ ਮਿਲ ਕੇ ਵਿਚਾਰਨਾ ਹੈ। ਸਭ ਤੋਂ ਪਹਿਲ ਤੇ ਆਪਾਂ ਆਪਸ ਵਿੱਚ ਫਤਿਹ ਦੀ ਸਾਂਝ ਪਾ ਲਈਏ।
ਲਵਾਓ ਹਾਜ਼ਰੀ। ਇੱਕੇ ਵਾਰ ਕਹਿਣ 'ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ 39 ਨੰਬਰ ਜੋ ਪੌੜੀ ਹੈ ਇਸ ਦੇ ਵਿੱਚ ਜੋ ਵਿਚਾਰ ਦਿੰਦੇ ਨੇ ਬੜੇ ਅਹਿਮ ਸੌਖੇ ਤਰੀਕੇ ਦੇ ਨਾਲ ਸਮਝਾ ਰਹੇ ਨੇ, ਪਰ ਸਾਨੂੰ ਇਸ ਪੌੜੀ ਨੂੰ ਗੁਰਬਾਣੀ ਨੂੰ ਗੁਰਮਤਿ ਦੇ ਦਾਇਰੇ ਅੰਦਰ ਰਹਿੰਦਿਆਂ ਗੁਰਬਾਣੀ ਦੇ ਵਿੱਚੋਂ ਹੀ ਸਮਝਣਾ ਪਵੇਗਾ। ਸਤਿਗੁਰੂ ਗਰੀਬ ਨਿਵਾਸ ਆਖਦੇ ਨੇ ਇਹ ਸਾਚਾ ਸੋਹਿਲਾ। ਸੋਹਿਲਾ ਖੁਸ਼ੀ ਦਾ ਗੀਤ ਆਪਾਂ ਪਹਿਲਾਂ ਵੀ ਪੜ੍ਹਿਆ ਸੀ ਕਿ ਸੋਹਿਲਾ ਸਾਡੇ ਲਈ ਸਿਰਫ ਤੇ ਸਿਰਫ ਗੁਰੂ ਦਾ ਸ਼ਬਦ ਹੈ। ਸ਼ਬਦ ਸੋਹਿਲਾ ਜਿਹੜਾ ਗੁਰੂ ਤੋਂ ਸੁਣਿਆ ਜਾਂਦਾ ਹੈ, ਜਿਹੜਾ ਸਿਰਫ ਗੁਰੂ ਦਿੰਦਾ ਹੈ ਸ਼ਬਦ ਸੋਹਿਲਾ, ਭਾਵ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ। ਤੇ ਰੱਬ ਦੀ ਸਿਫਤ ਸਲਾਹ ਹਮੇਸ਼ਾ ਖੇੜਾ ਦਿੰਦੀ ਹੈ, ਖੁਸ਼ੀ ਦਿੰਦੀ ਹੈ, ਇਸੇ ਲਈ ਉਹਨੂੰ ਸੋਹਿਲਾ ਕਿਹਾ ਗਿਆ। ਸੋਹਿਲੇ ਦਾ ਭਾਵ ਹੁੰਦਾ ਹੈ ਖੁਸ਼ੀ ਦਾ ਗੀਤ। ਤੇ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਸੱਚਾ ਸੋਹਿਲਾ ਹੈ ਇਹਨੂੰ ਸੱਚੇ ਘਰ ਬੈਠ ਕੇ ਗਾਉਣਾ ਚਾਹੀਦਾ ਹੈ। ਸੱਚਾ ਘਰ, ਹੁਣ ਸੱਚੇ ਘਰ ਨੂੰ ਜੇ ਸੌਖਿਆਂ ਵਿੱਚ ਸਮਝਾਂਗੇ ਤਾਂ ਭਾਵ ਸਤ ਸੰਗਤ ਦੇ ਵਿੱਚ ਬੈਠ ਕੇ, ਸੱਚੇ ਘਰ ਦੇ ਵਿੱਚ ਸਤ ਸੰਗਤ, ਸਾਧ ਸੰਗਤ, ਸਤ ਸੰਗਤ ਵਿੱਚ ਬੈਠ ਕੇ ਉਸ ਰੱਬ ਦੀ ਸਿਫਤ ਸਲਾਹ ਸਾਨੂੰ ਹਮੇਸ਼ਾ ਲਈ ਕਰਨੀ ਚਾਹੀਦੀ ਹੈ। ਇਹ ਸਾਚਾ ਸੋਹਿਲਾ ਸਾਚਾ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚਾ ਹੈ, ਜਿੱਥੇ ਸਦਾ ਸੱਚ ਤੇ ਆਵੇ, ਜਿੱਥੇ ਹਮੇਸ਼ਾ ਸੱਚ ਦੀ ਆਵਾਜ਼ ਹੋਵੇ, ਜਿੱਥੇ ਹਮੇਸ਼ਾ ਸੱਚ ਦਾ ਬੋਲਬਾਲਾ ਹੋਵੇ, ਜਿੱਥੇ ਝੂਠ ਦੀ, ਬੇਈਮਾਨੀ ਦੀ, ਵਿਕਾਰਾਂ ਦੀ ਕੋਈ ਗੁੰਜਾਇਸ਼ ਹੀ ਨਾ ਹੋਵੇ, ਉਸ ਘਰ ਦੇ ਵਿੱਚ ਬੈਠ ਕੇ, ਭਾਵ ਉਸ ਘਰ ਦੇ ਵਿੱਚ ਅੱਪੜ ਕੇ ਰੱਬ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਸਮਝੀਏ, ਘਰ ਦੇ ਵਿੱਚ, ਘਰ ਮਤਲਬ ਸਤ ਸੰਗਤ। ਹੁਣ ਸਤ ਸੰਗਤ ਦੇ ਜਦੋਂ ਆਪਾਂ ਅਰਥ ਸਮਝਾਂਗੇ ਗੁਰਬਾਣੀ ਮੁਤਾਬਕ, ਜਿੱਦਾਂ ਆਪਾਂ ਕੱਲ ਪੜ੍ਹ ਰਹੇ ਸੀ ਕਿ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਜਾਂ ਗੁਰਦੁਆਰਾ ਲਾਏ ਭੈਵਨੀ ਕਣ 10ਵਾਂ ਦੁਆਰ ਦਿਖਾਇਆ। 10ਵਾਂ ਦੁਆਰ ਭਾਵ ਉੱਚ ਅਵਸਥਾ, ਉਹ ਅਵਸਥਾ ਜਿੱਥੇ ਸਾਡੀ ਸੁਰਤ ਰੱਬ ਦੇ ਨਾਲ ਇੱਕਮਿਕ ਹੋ ਰਹੀ ਹੈ, ਜਿੱਥੇ ਉਸ ਪ੍ਰਮਾਤਮਾ ਦੀ ਸੁਰਤ, ਸਾਡੀ ਸੁਰਤ ਉਸ ਰੱਬ ਦੀ ਸਿਫਤ ਸਲਾਹ ਦੇ ਨਾਲ ਇੱਕਮਿਕ ਹੋ ਰਹੀ ਹੈ। ਸੁਰਤ ਦਾ ਉਹ ਉੱਚ ਦਰਜਾ ਜਿੱਥੇ ਜੀਵਨ ਦੀ ਸੋਹਣੀ ਜਾਂਚ, ਜੀਵਨ ਦਾ ਢੰਗ ਤਰੀਕਾ ਮਿਲਦਾ ਹੈ। ਤੇ ਜਾਂ ਉਹਨੂੰ ਸੱਚਖੰਡ ਲਫ਼ਜ਼ ਵੀ ਵਰਤਿਆ ਹੈ। ਸੱਚਖੰਡ ਅਵਸਥਾ ਦਾ ਨਾਮ ਹੈ, ਨਾ ਕਿ ਕੋਈ ਇਮਾਰਤ, ਨਾ ਕੋਈ ਕਮਰਾ। ਸੱਚਖੰਡ ਵਾਲੀ ਅਵਸਥਾ ਜਿੱਥੇ ਜਾ ਕੇ ਨਿਰੰਕਾਰ ਦੇ ਨਾਲ ਜੁੜਿਆ ਜਾਂਦਾ ਹੈ। ਹੁਣ ਇਹ ਗੱਲ ਨੂੰ ਸਮਝਿਓ, ਨਾ ਤਾਂ ਸਾਡਾ ਸਰੀਰ ਕਿਤੇ ਜਾ ਕੇ ਕਿਸੇ ਨਾਲ ਜੁੜਦਾ ਹੈ, ਬਸ ਇੱਥੇ ਬੈਠਿਆਂ ਹੋਇਆਂ ਸੁਰਤ ਨੇ ਉਹ ਅਵਸਥਾ 'ਤੇ ਜਾਣਾ ਹੈ। ਦੁਨੀਆ ਨੂੰ ਸੁਰਤ ਨੇ ਪਿੱਛੇ ਛੱਡਦਿਆਂ ਹੋਇਆਂ, ਮੋਹ ਮਾਇਆ ਨੂੰ ਪਿੱਛੇ ਛੱਡਦਿਆਂ ਹੋਇਆਂ,
ਸਾਡੀ ਸੁਰਤ ਹੈ ਜਿਹੜੀ ਇੰਨੀ ਕੁ ਉੱਪਰ ਉੱਠ ਜਾਵੇ, ਉੱਚੀਆਂ ਹੋ ਜਾਵੇ, ਜਿੱਥੇ ਜਾ ਕੇ ਸਾਨੂੰ ਗੁਰੂ ਦੀ ਮੱਤ ਸਮਝ ਆਉਣ ਲੱਗ ਪਵੇ ਅਤੇ ਰੱਬ ਦੀ ਸਿਫਤ ਸਲਾਹ ਦੇ ਨਾਲ ਸਾਡੀ ਸਾਂਝ ਪੈ ਜਾਵੇ। ਅਤੇ ਗੁਰੂ ਇਹੀ ਕੰਮ ਕਰਦਾ ਹੈ। ਜਦੋਂ ਸਾਡੀ ਸੁਰਤ ਗੁਰੂ ਨਾਲ ਜੁੜ ਗਈ, ਉੱਚੀ ਹੋਣੀ ਹੈ, ਭਾਵ ਤੇਜ਼ ਹੋਣੀ ਹੈ, ਤਿੱਖੀ ਹੋਣੀ ਹੈ, ਘਾੜਤ ਘੜੀ ਜਾਣੀ ਹੈ ਸੁਰਤ ਦੀ, ਵਿਵੇਕ ਬੁੱਧ ਆ ਜਾਣੀ ਹੈ, ਚੰਗੇ ਮੰਦੇ ਦੀ ਪਹਿਚਾਣ ਕਰਨੀ ਆ ਜਾਣੀ ਹੈ ਜਦੋਂ ਮੱਤ ਨੂੰ, ਸਾਡੀ ਨੂੰ, ਸੁਰਤ ਨੂੰ। ਅਤੇ ਜਿੰਨਾ ਟਾਈਮ ਸਾਨੂੰ ਪਤਾ ਨਹੀਂ, ਹੁਣ ਦੇਖੋ ਗੁਰਮੁਖ ਜਨ ਨੇ ਜਾਂ ਆਪਾਂ ਬੈਠੇ ਹਾਂ, ਸੰਗਤਾਂ ਆਉਂਦੀਆਂ ਨੇ, ਹੁਣ ਸਾਨੂੰ ਪਤਾ ਹੈ ਕਿ ਇੱਕ ਦਰ ਤੋਂ ਬਿਨਾਂ ਹੋਰ ਕਿਤੇ ਨਹੀਂ ਜਾਣਾ। ਗੁਰੂ ਦੇ ਦਰ ਤੋਂ, ਇੱਕ ਅਕਾਲ ਪੁਰਖ ਦੇ ਦਰ ਤੋਂ ਬਿਨਾਂ ਦੂਜਾ ਕੋਈ ਦਰ ਹੈ ਨਹੀਂ, ਇਹਦੇ ਨਾਮ ਤੋਂ ਬਿਨਾਂ ਦੂਜਾ ਕੋਈ ਨਾਮ ਵੀ ਨਹੀਂ। ਹੁਣ ਜਿਹੜੇ ਇੱਕ ਦਰ ਨੂੰ ਛੱਡ ਕੇ ਫਿਰਦੇ ਵੀ ਅਨੇਕਾਂ ਥਾਵਾਂ 'ਤੇ ਨੇ, ਇੱਕ ਨਾਮ ਨੂੰ ਛੱਡ ਕੇ ਲਈ ਵੀ ਫਿਰਦੇ ਅਨੇਕਾਂ ਨਾਮ ਨੇ। ਹੁਣ ਉੱਥੋਂ ਇੱਦਾਂ ਅੰਦਾਜ਼ਾ ਲਾਓ ਕਿ ਉਹਨਾਂ ਦੀ ਮੱਤ ਦਾ ਅਤੇ ਜਿਹੜੇ ਗੁਰਦੁਆਰੇ ਜਾਂ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ ਉਹਨਾਂ ਦੀ ਮੱਤ ਦਾ ਬੜਾ ਵੱਡਾ ਫਰਕ ਹੈ। ਉਹਨਾਂ ਦੀ ਮੱਤ ਹੁਣ ਤੇਜ਼ ਹੋਈ ਹੈ, ਵਿਵੇਕ ਬੁੱਧ ਆਈ, ਉਹਨਾਂ ਨੂੰ ਪਤਾ ਲੱਗਿਆ, ਗੁਰੂ ਨੇ ਤੇਜ਼ ਬੁੱਧੀ ਦਿੱਤੀ ਕਿ ਭਾਈ ਫਰਕ ਹੈ ਰੱਬ ਦੇ ਦਰ 'ਤੇ ਅਤੇ ਬਾਕੀ ਦਰਾਂ ਦਾ ਫਰਕ ਹੈ। ਤੇਜ਼ ਹੋ ਗਈ ਮੱਤ, ਭਾਵ ਰੱਬ ਵਾਲੇ ਪਾਸੇ ਆਉਣ ਲੱਗ ਪਈ। ਗੁਰੂ ਨੇ ਇੱਦਾਂ ਹੀ ਚੰਗੀ ਮੱਤ ਦਿੰਦਿਆਂ ਸੰਸਾਰ ਵਿੱਚ ਕਿਵੇਂ ਰਹਿਣਾ ਹੈ, ਦੁਨੀਆ ਵਿੱਚ ਕਿਵੇਂ ਵਿਚਰਨਾ ਹੈ, ਪਰਿਵਾਰ ਵਿੱਚ ਕਿਵੇਂ ਰਹਿਣਾ ਹੈ, ਦੁਨੀਆ ਦੇ ਭਲੇ ਦੇ ਕੰਮ ਕਿਵੇਂ ਕਰਨੇ ਨੇ, ਉਹ ਮੱਤ ਦਿੰਦਿਆਂ ਗੁਰੂ ਨੇ ਤੈਨੂੰ ਮੱਤ ਬੜੀ ਤੇਜ਼ ਸੋਹਣੀ ਦੇ ਦੇਣੀ ਹੈ, ਤਿੱਖੀ ਬੁੱਧੀ ਦੇ ਦੇਣੀ ਹੈ। ਅਤੇ ਜਦੋਂ ਸਾਡੀ ਸੁਰਤ ਟਿਕਾ ਵਿੱਚ ਆ ਗਈ, ਸਾਡਾ ਮਨ, ਸਾਡੀ ਮੱਤ, ਸਾਡਾ ਸੁਰਤ ਟਿਕਾ ਵਿੱਚ ਆ ਗਈ, ਜਦੋਂ ਇੱਕ ਥਾਂ 'ਤੇ ਟਿਕ ਗਏ, ਕਿਉਂਕਿ ਜਦੋਂ ਮਨ ਭੱਜਣੋਂ ਹਟ ਗਿਆ, ਜਿਵੇਂ ਹੁਣ ਮਨ ਭੱਜਦਾ ਹੈ, ਕਦੇ ਕਿਤੇ ਡਿੱਗਦਾ ਹੈ ਜਾ ਕੇ, ਕਦੇ ਕਿੱਥੇ, ਹਰੇਕ ਆਪਣੀ ਭੁੱਖ ਪੂਰੀ ਕਰਨ ਦੇ ਲਈ ਉਹ ਥਾਂ 'ਤੇ ਦੌੜਦਾ ਹੈ। ਭਾਵੇਂ ਸਰੀਰ ਇੱਥੇ ਹੀ ਬੈਠਾ ਹੈ, ਪਰ ਮਨ ਬਹੁਤ ਥਾਵਾਂ 'ਤੇ ਦੌੜਦਾ ਹੈ। ਜਿੱਦਣ ਆਹ ਮਨ ਟਿਕ ਗਿਆ ਨਾ ਆ ਕੇ, ਜਿੱਦਣ ਆਹ ਮਨ ਸਿਰਫ ਤੇਰੇ ਜੋਗਾ ਰਹਿ ਗਿਆ, ਅੰਦਰ ਜੋਗਾ ਰਹਿ ਗਿਆ, ਜਿੱਦਣ ਆਹ ਮਨ ਟਿਕ ਗਿਆ ਆ ਕੇ, ਭੱਜਣੋਂ ਹਟ ਗਿਆ, ਜਿੱਦਣ ਥਾਂ 'ਤੇ ਡਿੱਗਦਾ ਹੈ ਜਿਹੜਾ, ਜਿੱਦਣ ਹਟ ਗਿਆ ਉੱਥੋਂ ਜਾਣਾ, ਉਦਣ ਫਿਰ ਇਹਦਾ ਰੱਬ ਦੀ ਸਿਫਤ ਸਲਾਹ ਦੇ ਨਾਲ ਸਾਂਝ ਬਣੇਗੀ, ਉਹਦੇ ਨਾਲ ਇਹਦਾ ਜੋੜ ਹੋਵੇਗਾ। ਸੱਚਾ ਘਰ ਸਿਰਫ ਇਹ ਨਹੀਂ ਕਿ ਹਾਂ ਗੁਰਦੁਆਰੇ ਆ ਗਏ, ਇੱਥੇ ਸੱਚ ਬੋਲਿਆ ਜਾ ਰਿਹਾ, ਇੱਥੇ ਬੈਠਣਾ ਆਪਾਂ, ਨਹੀਂ। ਸੁਰਤ ਦਾ ਤਾਲਮੇਲ ਜਦੋਂ ਰੱਬ ਦੀ ਸਿਫਤ ਸਲਾਹ ਦੇ ਨਾਲ ਜਾਂ ਸੱਚ ਦੇ ਨਾਲ ਹੁੰਦਾ ਹੈ, ਉਦੋਂ ਉਹ ਸੱਚਾ ਘਰ ਬਣਦਾ ਹੈ। ਅਤੇ ਘਰ ਦਾ ਭਾਵ ਹੁੰਦਾ ਹੈ ਹਿਰਦਾ ਘਰ। ਗੁਰਬਾਣੀ ਦੇ ਮੁਤਾਬਕ ਦੇਖਾਂਗੇ, ਜਦੋਂ ਘਰ, ਕਿਹੜੇ ਘਰ ਦੇ ਵਿੱਚ, ਜਦੋਂ ਤੇਰੇ ਹਿਰਦੇ ਵਿੱਚ ਸਿਫਤ ਸਲਾਹ ਜਾਂ ਗੁਰੂ ਦੀ ਮੱਤ ਆ ਗਈ, ਤੂੰ ਉਦੋਂ ਤੇਰਾ ਜਿਹੜਾ ਹਿਰਦਾ ਹੈ ਉਹ ਸੱਚਾ ਘਰ ਬਣਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਭਾਈ ਉਸ ਸੱਚੇ ਘਰ ਵਿੱਚ ਬੈਠ ਕੇ, ਭਾਵ ਆਪਣੇ ਘਰ ਵਿੱਚ ਬੈਠ ਕੇ, ਜਿੱਥੇ ਆਪਾਂ ਪਹਿਲਾਂ ਵੀ ਵਾਚਿਆ ਹੈ ਕਿ ਥਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਘਰੇ ਟਿਕ ਕੇ ਬੈਠ ਜਾ, ਥਿਰ ਘਰ ਬੈਸੋ, ਟਿਕ ਕੇ ਬੈਠ ਜਾ, ਕਿੱਥੇ? ਆਪਣੇ ਹਿਰਦੇ ਘਰ ਵਿੱਚ। ਭੱਜਣਾ, ਦੌੜਨਾ, ਥਾਂ 'ਤੇ ਨਾ ਡਿੱਗ ਜਾ ਕੇ। ਦੇਖ ਤੇਰੇ ਅੰਦਰ ਮੱਤ ਪਈ ਹੋਈ ਹੈ, ਚੰਗੀ ਮੱਤ, ਉਸ ਰੱਬ ਦੀ ਸਿਫਤ ਸਲਾਹ ਤੇਰੇ ਅੰਦਰ ਹੈ, ਉਸ ਰੱਬ ਦੇ ਨਾਲ ਜੁੜਨ ਦਾ ਜਾਂ ਗੁਰੂ ਦੀ ਮੱਤ ਹੈ, ਜਾਂ ਉਹ ਅਕਾਲ ਪੁਰਖ ਪਰਮਾਤਮਾ ਦਾ ਵਾਸਾ ਤੇਰੇ ਵਿੱਚ ਹੈ, ਉਹਨੂੰ ਪਹਿਚਾਣ। ਮਨ ਤੂੰ ਬਾਹਰ ਭਜਾ ਕੇ ਲਈ ਫਿਰਦਾ ਹੈ, ਉਹਨੂੰ ਅੰਦਰ ਲੈ ਕੇ ਆ, ਟਿਕ ਇੱਕ ਥਾਂ 'ਤੇ, ਟਿਕਾ ਅਵਸਥਾ ਲੈ ਕੇ ਆ। ਥਿਰ ਘਰ ਬੈਸੋ ਹਰਜਨ ਪਿਆਰੀ, ਸਤਿਗੁਰ ਤੁਮਰੇ ਕਾਜ ਸਵਾਰੇ। ਟਿਕ ਕੇ ਬੈਠੋ ਘਰੇ, ਹਿਰਦੇ ਘਰ ਵਿੱਚ ਹੀ ਜੁੜ ਜਾ ਸਿਰਫ ਤੇ ਸਿਰਫ। ਭਾਵ ਕੀ ਹੈ? ਆਪਣਾ ਮਨ ਹੈ ਜਿਹੜਾ ਭੱਜਦਾ ਹੈ, ਉਹਦੀਆਂ ਡੋਰਾਂ ਨੇ ਫੜ ਕੇ ਰੱਖ, ਉਹਨੂੰ ਵਾਪਸ ਲਿਆ, ਸਿਰਫ ਤੇ ਸਿਰਫ ਸੀਮਤ ਕਰ ਲੈ ਅੰਦਰ ਤੱਕ। ਆਪਣੇ ਆਪ ਦੇ ਨਾਲ ਜੋੜ ਮਨ ਨੂੰ।
ਤੇ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਸੱਚਾ ਸੋਹਿਲਾ ਰੱਬ ਦੀ ਸਿਫਤ ਸਲਾਹ ਹੈ, ਸੱਚੇ ਘਰ ਵਿੱਚ ਬੈਠ ਕੇ ਗਾ। ਤੇ ਜਿੱਦਣ ਤੈਨੂੰ ਹਿਰਦੇ ਵਿੱਚੋਂ ਰੱਬ ਦੀ ਸਿਫਤ ਸਲਾਹ ਹੋਣ ਲੱਗ ਪਈ, ਜਿੱਦਣ ਹਿਰਦੇ ਵਿੱਚੋਂ ਆਨੰਦ ਪੈਦਾ ਹੋਣ ਲੱਗ ਪਿਆ, ਉਹ ਸੱਚਾ ਘਰ ਬਣ ਜਾਣਾ ਹੈ। ਇਹ ਹੈ ਸੱਚਾ ਘਰ। ਤੇ ਸਤ ਸੰਗਤ ਦੇ ਅਰਥ ਆਪਾਂ ਸਮਝਣੇ ਨੇ। ਸਤ ਸੰਗਤ, ਸਤ ਮਤਲਬ ਸੱਚ, ਸਤ ਸੰਗ ਭਾਵ ਮਿਲਾਪ। ਸਤ ਸੰਗਤ ਮਤਲਬ ਸੱਚ ਦਾ ਮਿਲਾਪ। ਸਾਧ ਮਤਲਬ ਗੁਰੂ। ਸਾਧ ਸੰਗ, ਗੁਰੂ ਦਾ ਸੰਗ ਜਾਂ ਸਤ ਦਾ ਸੰਗ ਇੱਕੋ ਹੀ ਹੈ, ਬਹੁਤਾ ਵੱਡਾ ਫਰਕ ਨਹੀਂ। ਗੁਰੂ ਦਾ ਸੰਗ ਮਤਲਬ ਗੁਰਬਾਣੀ ਦਾ ਸੰਗ, ਕਿਉਂਕਿ ਗੁਰਬਾਣੀ ਸਾਡਾ ਗੁਰੂ ਹੈ। ਜਾਂ ਸੱਚ ਦਾ ਸੰਗ ਕਹਿ ਲਈਏ, ਗੁਰਬਾਣੀ ਸੱਚੀ ਹੈ। ਤੇ ਗੁਰਬਾਣੀ ਦਾ ਸੰਗ ਕਰਨ ਦੇ ਲਈ ਜਿੱਥੇ ਸਰੀਰ ਲੈ ਕੇ ਬੈਠਦੇ ਹਾਂ, ਉੱਥੇ ਸਾਡੀ ਸੁਰਤ ਵੀ ਹੋਣੀ ਚਾਹੀਦੀ ਹੈ। ਹੁਣ ਸਰੀਰ ਤਾਂ ਸਵੇਰੇ ਸ਼ਾਮ ਗੁਰਦੁਆਰੇ ਆਉਂਦਾ, ਕਈ ਦਿਨ ਬਾਅਦ ਵੀ ਆਉਂਦਾ, ਹਰ ਰੋਜ਼ ਨਹੀਂ ਵੀ ਟਾਈਮ ਲੱਗਦਾ। ਪਰ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਆਖਦੀ ਹੈ ਕਿ ਭਾਈ ਹਰ ਵਕਤ ਸਤਸੰਗ ਕਰ। ਹੁਣ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਗੁਰਦੁਆਰੇ ਬੈਠੇ ਰਹੀਏ, ਇਹ ਵੀ ਨਹੀਂ ਹੋ ਸਕਦਾ। ਸਵੇਰੇ ਸ਼ਾਮ ਨਿਤਨੇਮ ਵੇਲੇ ਆਉਂਦੇ ਆਪਾਂ। ਸਾਧ ਦਾ ਸੰਗ, ਸਤ ਦਾ ਸੰਗ ਕਿੱਦਾਂ ਹੋਵੇ? ਸੱਚ ਦਾ ਸੰਗ, ਸਾਧ ਸੰਗ ਭਾਵ ਸਾਡੇ ਲਈ ਗੁਰੂ ਗੁਰਬਾਣੀ ਹੈ। ਗੁਰਬਾਣੀ ਦਾ ਸੰਗ ਹਮੇਸ਼ਾ ਸਾਡੇ ਮਨ ਨੇ ਕਰਨਾ ਹੈ, ਮਨ ਨੇ। ਤੇ ਜਦੋਂ ਸਾਡਾ ਮਨ ਹਮੇਸ਼ਾ ਸਾਧ ਦੇ ਨਾਲ ਭਾਵ ਗੁਰੂ ਦੇ ਨਾਲ ਜੁੜਿਆ ਰਹਿ ਰਿਹਾ, ਤਾਂ ਹਮੇਸ਼ਾ ਗੁਰੂ ਦਾ ਸੰਗ ਕਰ ਰਿਹਾ ਹੈ। ਇੱਦਾਂ ਹੋਣੀ ਹੈ ਸਤਸੰਗ, ਸਿਰਫ ਸਰੀਰ ਕਰਕੇ ਨਹੀਂ, ਮਨ ਕਰਕੇ। ਮਨ ਦੇ ਨਾਲ ਜਿੱਦਣ ਸਤਸੰਗਤ ਹੋਣ ਲੱਗ ਪਈ, ਜਿੱਦਣ ਮਨ ਨੇ ਸਾਡੇ ਨੇ ਸੱਚ ਦਾ ਸੰਗ ਕਰ ਲਿਆ, ਸੱਚਾਈ ਦੇ ਨਾਲ ਪਿਆਰ ਕਰ ਲਿਆ, ਉਦਣ ਸਤਸੰਗ ਹੋਣੀ ਹੈ। ਤੇ ਮਨ ਜਿੱਦਣ ਸੱਚ ਨਾਲ ਜੁੜ ਗਿਆ, ਸਤ ਦੇ ਨਾਲ ਜੁੜ ਗਿਆ, ਉਦਣ ਸਤਸੰਗਤ ਹੋਣੀ ਹੈ। ਫਿਰ ਭਾਵੇਂ ਦੁਨੀਆ ਵਿੱਚ ਜਿੱਥੇ ਮਰਜ਼ੀ ਵਿਚਰੀ, ਜਿੱਥੇ ਮਰਜ਼ੀ ਰਹੀ। ਫਿਰ ਇਹ ਨਹੀਂ ਕਿ ਸਿਰਫ ਗੁਰਦੁਆਰੇ ਆ ਕੇ ਹੀ ਸਤਸੰਗ ਹੋਣੀ ਹੈ। ਫਿਰ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾ ਰਹੇ ਹੈ। ਦੁਨੀਆ ਦੇ ਅੰਦਰ ਇਹੋ ਜਿਹਾ ਥਾਂ ਹੈ ਜਿੱਥੇ ਵੀ ਜਾਣਾ ਪੈ ਜਾਵੇ, ਪਰ ਤੇਰਾ ਮਨ ਸਤਸੰਗਤ ਵਿੱਚ ਹੈ, ਗੁਰੂ ਦੇ ਸੰਗ ਹੈ। ਜਾਂਦਾ ਦੁਨੀਆ ਦੇ ਵਿੱਚ ਰਹਿੰਦੇ ਆ, ਹੁਣ ਵਿਆਹ ਸ਼ਾਦੀਆਂ ਵਿੱਚ ਬੰਦਾ ਪੈਲਸਾਂ ਵਿੱਚ ਜਾਂਦਾ ਹੈ, ਕਲੱਬਾਂ ਵਿੱਚ ਜਾਂਦਾ ਹੈ, ਪਰ ਤੇਰਾ ਮਨ ਜੇ ਗੁਰੂ ਦੇ ਨਾਲ ਜੁੜਿਆ ਹੈ, ਤੇਰਾ ਮਨ ਸਤਸੰਗਤ ਕਰ ਰਿਹਾ। ਬਸ ਸਿਫਤ ਸਲਾਹ ਰੱਬ ਦੀ ਹੋਵੇ, ਉਹਦੇ ਨਾਲ ਹੀ ਜੁੜਿਆ ਰਹੇ। ਪਰ ਸਾਨੂੰ ਇਹ ਭੁਲੇਖਾ ਉਦੋਂ ਲੱਗਦਾ ਕਿ ਸਿਰਫ ਤੇ ਸਿਰਫ ਜਿਹੜੀ ਸਤਸੰਗ ਹੈ ਇੱਕ ਥਾਂ 'ਤੇ ਬੈਠ ਕੇ ਟਿਕਾ ਕੇ ਇੱਕ ਥਾਂ 'ਤੇ ਇਕੱਠਿਆਂ ਹੋ ਕੇ ਹੁੰਦੀ ਹੈ। ਨਹੀਂ, ਸਤਸੰਗ ਸਾਡੇ ਮਨ ਨੇ ਕਰਨੀ ਹੈ। ਹਾਂ, ਸਰੀਰ ਜਦੋਂ ਜੁੜ ਮਿਲ ਕੇ ਬੈਠਦੇ ਨੇ, ਉਦੋਂ ਅਸੀਂ ਗੁਰਬਾਣੀ ਨੂੰ ਵਿਚਾਰਦੇ ਹਾਂ, ਇੱਥੋਂ ਉਪਦੇਸ਼ ਲੈ ਕੇ ਜਾਂਦੇ ਹਾਂ, ਇੱਥੋਂ ਸਤਸੰਗ ਕਰਨ ਦਾ ਤਰੀਕਾ ਸਿੱਖ ਕੇ ਜਾਂਦੇ ਹਾਂ। ਇਹ ਵੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਸਰੀਰਾਂ ਦੇ ਨਾਲ ਹੀ ਜੁੜਨਾ ਬੈਠਣਾ ਹੈ। ਇੱਥੋਂ ਹੀ ਲਿਵ ਲੱਗਣੀ ਹੈ ਸਾਡੀ ਸੁਰਤ ਦੀ, ਇੱਥੋਂ ਹੀ ਸਾਡੀ ਸੁਰਤ ਨੇ ਸੱਚ ਦਾ ਸੰਗ ਕਰਨਾ ਹੈ। ਪਹਿਲਾਂ ਤਨ ਆਵੇ, ਫਿਰ ਮਨ ਜੁੜ ਜਾਵੇਗਾ। ਤੇ ਸਤ ਦਾ ਸੰਗ ਹਮੇਸ਼ਾ ਜਿੱਦਣ ਰਹੇਗਾ, ਫਿਰ ਦੁਨੀਆ ਦੇ ਵਿੱਚ ਕਿਹੋ ਜਿਹੀ ਮਰਜ਼ੀ ਨੌਬਤ ਆ ਜਾਵੇ, ਜਿੱਥੇ ਮਰਜ਼ੀ ਸੰਕਟ ਵਿੱਚ ਹੋਈਏ, ਗੁਰੂ ਦਾ ਸੰਗ ਉੱਥੇ ਵੀ ਨਹੀਂ ਟੁੱਟਣਾ। ਹੁਣ ਆਪਾਂ ਬੜੇ ਵਾਰ ਵਾਚਿਆ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਆਪਾਂ ਉਪਦੇਸ਼ ਪੜ੍ਹਦੇ ਹਾਂ ਅਤੇ ਇਹਨੂੰ ਆਮ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਨਾਲ ਜਦੋਂ ਲਾਉਂਦੇ ਨੇ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਜਦੋਂ ਤੱਤੀ ਤਵੀ 'ਤੇ ਵੀ ਬੈਠੇ ਹੋਏ ਨੇ, ਉਹਨਾਂ ਨੂੰ ਮਾਰਨ ਦਾ, ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ, ਪਰ ਫਿਰ ਵੀ ਉਹ ਗੁਰੂ ਦੇ ਸੰਗ ਵਿੱਚ ਨੇ, ਗੁਰੂ ਦੇ ਸਤਸੰਗ ਵਿੱਚ ਨੇ। ਉਦੋਂ ਵੀ ਉਹ ਗੁਰ ਮੇਰਾ ਸੰਗ ਸਦਾ ਹੈ ਨਾਲੇ ਦਾ ਗੀਤ ਗਾ ਰਹੇ ਨੇ। ਭਾਵ ਗੁਰੂ ਦਾ ਉਪਦੇਸ਼, ਗੁਰੂ ਦੀ ਸਮਝ, ਗੁਰੂ ਦੀ ਸਿੱਖਿਆ ਹਮੇਸ਼ਾ ਨਾਲ ਹੈ। ਦੁਨੀਆ ਦੇ ਵਿੱਚ ਤਾਂ ਬਹੁਤ ਥਾਵਾਂ ਨੇ ਜਿੱਥੇ ਜਾਣਾ ਪੈਂਦਾ ਹੈ, ਪਰ ਗੁਰੂ ਦੀ ਸੰਗਤ ਹੈ, ਗੁਰੂ ਦਾ ਸੰਗ ਕਦੇ ਟੁੱਟੇ ਨਾ। ਤੇ ਸਤਿਗੁਰੂ ਜੀ ਕਹਿੰਦੇ ਇਹ ਸਾਚਾ ਸੋਹਿਲਾ ਸਾਚਾ ਘਰ ਗਾਵੋ। ਸੱਚਾ ਘਰ ਜਿੱਦਣ ਤੇਰਾ ਹਿਰਦਾ ਬਣ ਗਿਆ ਨਾ, ਫਿਰ ਆਪਣੇ ਘਰ ਵਿੱਚ ਬੈਠ ਕੇ ਉਸ ਰੱਬ ਦੀ ਸਿਫਤ ਸਲਾਹ ਕਰੀ, ਸਿਰਫ ਆਪਣੇ ਆਪ ਦੇ ਵਿੱਚ। ਤੇ ਜਿੱਦਣ ਉਹ ਥਾਨ ਸੁਹਾਵਾ ਬਣ ਗਿਆ, ਜਿੱਥੇ ਸਤਿਗੁਰੂ ਆ ਕੇ ਬੈਠ ਗਿਆ, ਉਹਨੂੰ ਹੀ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਕਹਿੰਦੀ ਹੈ, ਜਿੱਥੇ ਬਹਿ ਮੇਰਾ ਸਤਿਗੁਰੂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਇਹਨੂੰ ਹੀ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਆਖਦੀ ਹੈ, ਡਿੱਠੇ ਸਭੇ ਥਾਮ
ਨਹੀਂ ਤੁਧ ਜਿਹਾ। ਕਿ ਅਨੇਕਾਂ ਥਾਵਾਂ ਵੇਖ ਲਈਆਂ, ਬੜੇ ਭਟਕ ਲਏ, ਬਾਹਰ ਦੁਨੀਆ ਦੇ ਵਿੱਚ ਅਨੇਕਾਂ ਥਾਵਾਂ 'ਤੇ ਜਾ ਕੇ ਡਿੱਗ ਪਏ, ਪਰ ਜਿੱਦਣ ਆਪਣੇ ਆਪ ਦੇ ਨਾਲ ਜੁੜ ਗਿਆ, ਇਹਦੇ ਤੋਂ ਵੱਧ ਕਿਤੇ ਸਵਾਦ ਨਹੀਂ ਆਇਆ। ਇਹੋ ਹੀ ਅਸਲ ਘਰ ਹੈ। ਡਿੱਠੇ ਸਭੇ ਥਾਂ ਨਹੀਂ ਤੁਧ ਜਿਹੇ। ਹੇ ਰੱਬ ਜੀ, ਤੁਹਾਡਾ ਘਰ ਤਾਂ ਮੇਰੇ ਹਿਰਦੇ ਵਿੱਚ ਸੀ, ਅੱਜ ਸਮਝ ਲੱਗੀ ਹੈ ਇਹਦੇ ਵਰਗਾ ਕੋਈ ਥਾਂ ਹੀ ਨਹੀਂ। ਅੰਦਰ ਖੇੜਾ ਆ ਗਿਆ, ਹੁਣ ਮੈਨੂੰ ਸਮਝ ਆ ਗਈ, ਆਪਣੇ ਆਪ ਦੇ ਨਾਲ ਜੁੜ ਗਿਆ, ਆਪਣੇ ਆਪ ਦੀ ਸਮਝ ਆ ਗਈ, ਹੁਣ ਸੁਹਾਵਾ ਹੋ ਗਿਆ ਥਾਂ। ਤੇ ਸਤਿਗੁਰੂ ਜੀ ਕਹਿੰਦੇ ਭਾਈ, ਇਹ ਸਾਚਾ ਸੋਹਿਲਾ ਸਾਚਾ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚਾ, ਜਿੱਥੇ ਸਦਾ ਸੱਚ ਤੇ ਆਵੇਂ। ਗੁਰੂ ਨਾਲ ਮਿਲ ਕੇ, ਗੁਰੂ ਦੇ ਉਪਦੇਸ਼ ਦੇ ਨਾਲ ਮਿਲ ਕੇ ਆਪਣੇ ਹਿਰਦੇ ਘਰ ਦੇ ਵਿੱਚੋਂ ਸਿਫਤ ਸਲਾਹ ਕਰਿਆ ਕਰ ਉਸ ਅਕਾਲ ਪੁਰਖ ਪਰਮਾਤਮਾ ਦੀ। ਤੇ ਅੱਗੇ ਸਤਿਗੁਰੂ ਜੀ ਕਹਿੰਦੇ, ਸੱਚੋ ਤੇ ਆਵੈ ਜਾਂ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵੇ। ਤੇ ਕਹਿੰਦੇ ਕਿ ਹੇ ਪ੍ਰਮਾਤਮਾ ਜੀ, ਤੈਨੂੰ ਜੀਵ ਉਦੋਂ ਹੀ ਸਿਮਰਦੇ ਨੇ ਜਦੋਂ ਆਪਣੇ ਘਰ ਵਿੱਚ ਬੈਠਦੇ ਨੇ। ਸੱਚੋ ਤੇ ਆਵੈ ਜਾਂ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵੇ। ਜਦੋਂ ਆਪਣੇ ਘਰ ਵਿੱਚ ਬੈਠ ਕੇ ਗੁਰੂ ਦਾ ਸੰਗ ਕਰ ਲੈਂਦੇ ਨੇ, ਉਦੋਂ ਹੀ ਰੱਬ ਜੀ ਤੁਹਾਨੂੰ ਉਹ ਜੀਵ ਆਰਾਧਦੇ ਨੇ। ਜੁੜਨਾ ਆਪਣੇ ਆਪ ਦੇ ਨਾਲ, ਆਪਣੇ ਹਿਰਦੇ ਘਰ ਵਿੱਚ ਬੈਠ ਕੇ, ਆਪਣੇ ਘਰ ਵਿੱਚ ਬੈਠ ਕੇ ਰੱਬ ਦੀ ਸਿਫਤ ਸਲਾਹ ਕਰੀਏ, ਆਪਣੇ ਆਪ ਦੇ ਨਾਲ ਜੁੜ ਕੇ। ਇਹ ਸੱਚ ਸਭਨਾ ਕਾ ਖਸਮ ਹੈ। ਇਹ ਸੱਚੀ ਜੀ ਦੀ ਸਿਫਤ ਸਲਾਹ ਕਰਨੀ ਹੈ, ਸੱਚਾ ਸੋਹਿਲਾ ਜਿਹੜਾ ਗਾਉਣਾ ਹੈ, ਇਹ ਸਾਰਿਆਂ ਦਾ ਖਸਮ ਹੈ। ਸੱਚ ਹਮੇਸ਼ਾ ਅਟਲ ਰਹਿਣ ਵਾਲਾ ਹੈ, ਪਰਮਾਤਮਾ ਦਾ ਨਾਮ ਸਦਾ ਸਥਿਰ ਰਹਿਣ ਵਾਲਾ ਹੈ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਜਿਹਦੇ ਹਿਰਦੇ ਘਰ ਦੇ ਵਿੱਚ ਇਸ ਦਾ ਨਿਵਾਸ ਹੋ ਜਾਂਦਾ, ਉਹ ਇਹਦਾ ਆਨੰਦ ਪ੍ਰਾਪਤ ਕਰਦਾ ਹੈ। ਭਾਵ ਜਿਹੜਾ ਆਪਣੇ ਹਿਰਦੇ ਨਾਲ ਰੱਬ ਨੂੰ ਧਿਆਉਣ ਦਾ ਯਤਨ ਕਰਦਾ ਹੈ, ਉਹਨੂੰ ਇਹ ਬਖਸ਼ਿਸ਼ ਮਿਲਦੀ ਜ਼ਰੂਰ ਹੈ, ਪਰ ਕੋਸ਼ਿਸ਼ ਖੁਦ ਕਰਨੀ ਹੈ। ਇਹ ਸੱਚ ਸਭਨਾ ਦਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ। ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵਹਿ। ਸੱਚਾ ਘਰ ਮਤਲਬ ਸਾਧ ਸੰਗ ਵਿੱਚ ਬੈਠ ਕੇ ਸੱਚਾ ਸੋਹਿਲਾ ਗਾਓ। ਜਿੱਥੇ ਸਾਡਾ ਸਰੀਰ ਸਤ ਸੰਗਤ ਵਿੱਚ ਬੈਠਦਾ ਹੈ, ਸਾਡੀ ਸੁਰਤ ਵੀ ਹਮੇਸ਼ਾ ਸਤ ਸੰਗਤ ਦੇ ਨਾਲ ਜੁੜੀ ਰਹਿਣੀ ਚਾਹੀਦੀ ਹੈ। ਸਰੀਰਾਂ ਦੇ ਜੁੜਨ ਨੂੰ ਕਦੇ ਵੀ ਸਤਸੰਗ ਨਹੀਂ ਕਿਹਾ ਜਾਂਦਾ। ਸਤ ਦੇ ਨਾਲ ਜੁੜਨਾ ਹੀ ਅਸਲ ਸਤਸੰਗ ਹੈ। ਉਹ ਫਿਰ ਭਾਵੇਂ 10 ਬੰਦਿਆਂ ਵਿੱਚ ਬੈਠਾ ਕਿਉਂ ਨਾ ਹੋਵੇ, ਭਾਵੇਂ ਫਿਰ ਇਕੱਲਾ ਹੋਵੇ, ਭਾਵੇਂ ਕਿਤੇ ਮਰਜ਼ੀ ਰਹਿ ਰਿਹਾ, ਫਿਰ ਸਾਡੀ ਸੁਰਤ ਹਮੇਸ਼ਾ ਸਤਸੰਗ ਕਰੇਗੀ। ਇਕੱਲਾ ਬੰਦਾ ਬੈਠ ਕੇ ਵੀ ਸਤਸੰਗ ਕਰ ਸਕਦਾ ਹੈ। ਸੱਚ ਦਾ ਸੰਗ ਸਾਡੀ ਸੁਰਤ ਨੇ ਕਰਨਾ ਹੈ। ਸਰੀਰ ਨੇ ਤਾਂ ਜੁੜ ਮਿਲ ਬੈਠਣਾ ਹੈ ਸਾਰਿਆਂ ਵਿੱਚ ਬੈਠ ਕੇ, ਪਰ ਸਾਡੀ ਸੁਰਤ ਨੇ ਸਤਸੰਗ ਕਰਨੀ ਹੈ। ਸੁਰਤ ਨੂੰ ਜੋੜਨਾ ਹੈ ਸੱਚ ਦੇ ਸੰਗ ਦੇ ਨਾਲ। ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵਹੁ। ਤੇ ਸੱਚੇ ਘਰ ਬੈਠ ਕੇ ਸੱਚ ਦੇ ਨਾਲ ਜੁੜ ਕੇ, ਆਪਣੇ ਹਿਰਦੇ ਨਾਲ ਜੁੜ ਕੇ ਰੱਬ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਆਪਣੇ ਹਿਰਦੇ ਦੇ ਵਿੱਚ ਉਸ ਰੱਬ ਨੂੰ ਹਮੇਸ਼ਾ ਸਮਾ ਕੇ ਟਿਕਾ ਕੇ ਰੱਖਣਾ ਚਾਹੀਦਾ, ਉਹਦੀ ਸਿਫਤ ਸਲਾਹ ਨੂੰ। ਤਾਂ ਹੀ ਭਾਈ ਆਨੰਦ ਅਵਸਥਾ ਸਾਡੇ ਤੱਕ ਅੱਪੜ ਸਕਦੀ ਹੈ। ਅਸੀਂ ਉਸ ਆਨੰਦ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ, ਜਿਹਦੀ ਵਿਚਾਰ ਸਮਝ ਰਹੇ ਹਾਂ ਕਿ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ। ਸਤਿਗੁਰੂ ਪਾਉਣਾ ਭਾਵ ਸਤਿਗੁਰ ਦੇ ਨਾਮ ਨੂੰ, ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਣਾ ਹੈ। ਸਤਿਗੁਰੂ ਨੂੰ ਪਾਉਣਾ ਹੈ। ਦਾਤਾ ਰਹਿਮਤ ਕਰੇ ਸਾਨੂੰ ਸਮੱਤ ਆ ਜਾਵੇ, ਅਸੀਂ ਵੀ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਗੁਰੂ ਤੋਂ ਸਿੱਖ ਲਈਏ। ਸੱਚੇ ਘਰ ਬੈਠ ਕੇ ਅਸੀਂ ਵੀ ਸਿਫਤ ਸਲਾਹ ਕਰ ਲਈਏ। ਗੁਰੂ ਦੇ ਸੱਚੇ ਸੋਹਿਲੇ ਸ਼ਬਦ ਨੂੰ ਅਸੀਂ ਵੀ ਗਾਉਣ ਦਾ, ਆਰਾਧਨ ਦਾ ਯਤਨ ਕਰੀਏ। ਸੋ ਭਾਈ ਜੋ ਅਗਲੇਰੀ ਪੌੜੀ 40 ਨੰਬਰ ਬਾਕੀ ਰਹਿੰਦੀ ਹੈ, ਉਹਦੇ ਵਿਚਾਰ ਆਪਾਂ ਕੱਲ੍ਹ ਨੂੰ ਸਮਝਣ ਦਾ ਯਤਨ ਕਰਾਂਗੇ। ਇਸ ਨਾਲ ਜੋ ਆਨੰਦ ਬਾਣੀ ਦੀ ਵਿਚਾਰ ਸਾਰੀ ਸੰਪੂਰਨ ਹੁੰਦੀ ਹੈ 40 ਪੌੜੀਆਂ ਤੱਕ। ਕੱਲ੍ਹ ਨੂੰ ਉਸ ਪੌੜੀ ਦੇ ਵਿਚਾਰ ਵੀ ਆਪਾਂ ਨੇ ਸਮਝਣ ਦਾ ਯਤਨ ਕਰਨਾ। ਇਸੇ ਤਰ੍ਹਾਂ ਆਪ ਜੀ ਨੇ ਭਾਈ ਪਿਆਰ ਸਤਿਕਾਰ ਦੇ ਨਾਲ ਜ਼ਰੂਰ ਹਾਜ਼ਰੀ ਭਰਨੀ ਜੀ। ਬਹੁਤ ਬਹੁਤ ਧੰਨਵਾਦ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।